ਅੱਜ ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਗਈ ਜੋ ਦੋ ਵੱਡੇ ਮੁੱਦਿਆਂ ਨਾਲ ਸੰਬੰਧਿਤ ਸੀ। ਇਹ ਉਹ ਮੁੱਦੇ ਸਨ ਜਿਨ੍ਹਾਂ ਮੁੱਦਿਆਂ ਤੇ ਪੰਜਾਬ ਦੇ ਲੋਕਾਂ ਵੱਲੋਂ ਇੱਕ ਸਰਕਾਰ ਬਣਾਈ ਗਈ ਸੀ ਤੇ ਇੱਕ ਸਰਕਾਰ ਲਾਹੀ ਗਈ ਸੀ। ਇਹਨਾਂ ਵਿੱਚੋਂ ਪਹਿਲਾ ਮੁੱਦਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਤੇ ਦੂਜਾ ਚਿੱਟੇ ਨਾਲ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨਾ ਸੀ। ਇਸ ਪ੍ਰੈਸ ਵਾਰਤਾ ਦੌਰਾਨ ਨਵਜੋਤ ਸਿੰਘ ਸਿੱਧੂ ਆਪਣੀ ਸਰਕਾਰ ਤੋਂ ਨਾਰਾਜ਼ ਦਿਖਾਈ ਦਿੱਤੇ। ਉਹਨਾਂ ਕਿਹਾ ਕਿ ਜਿਨ੍ਹਾਂ ਮੁੱਦਿਆਂ ਤੇ ਸਰਕਾਰ ਹੋਂਦ ਵਿੱਚ ਆਈ ਸੀ ਉਹਨਾਂ ਦਾ ਇਨਸਾਫ ਅੱਜ ਤੱਕ ਲੋਕਾਂ ਨੂੰ ਨਹੀਂ ਮਿਲਿਆ। ਉਹਨਾਂ ਕਿਹਾ ਕਿ ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਮਿਲਿਆ ਤੇ ਨਾ ਹੀ ਚਿੱਟਾ ਵੇਚਣ ਵਾਲਿਆਂ ਖਿਲਾਫ ਕੋਈ ਕਾਰਵਾਈ ਹੋਈ। ਇੱਥੇ ਹੀ ਬਸ ਨਹੀਂ, ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਸੱਚ ਨੂੰ ਨਾ ਹੀ ਸੁਣਨਾ ਚਾਹੁੰਦੀ ਹੈ ਤੇ ਨਾ ਹੀ ਦੇਖਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਬਾਈਬਲ ਕਲਾਂ ਗੋਲੀ ਕਾਂਡ ਦੇ ਵਿੱਚ ਗੋਲੀ ਚਲਾਉਣ ਵਾਲੇ ਕੌਣ ਸਨ ਤੇ ਹੁਕਮ ਦੇਣ ਵਾਲੇ ਕੌਣ ਸਨ, ਇਹ ਨਿੱਕੇ ਨਿਆਣਿਆਂ ਨੂੰ ਵੀ ਪਤਾ। ਫਿਰ FIR ਅਣਪਛਾਤਿਆਂ ਦੇ ਖਿਲਾਫ ਕਿਉਂ ਹੈ? ਉਹਨਾਂ ਕਿਹਾ ਕਿ ਜਦੋਂ ਜ਼ੁਲਮ ਕਰਨ ਵਾਲੇ ਆਈਡੈਂਟੀਫਾਈ ਹੋ ਗਏ ਤੇ ਜ਼ੁਲਮ ਆਈਡੈਂਟੀਫਾਈ ਹੋ ਗਿਆ ਤਾਂ ਉਹਨਾਂ ਖਿਲਾਫ ਸਰਕਾਰ ਕਾਰਵਾਈ ਕਿਉਂ ਨਹੀਂ ਕਰ ਰਹੀ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇਨਵੈਸਟੀਗੇਸ਼ਨ ਦੌਰਾਨ ਗੋਲੀ ਕਾਂਡ ਤੋਂ ਪਹਿਲਾਂ ਪੰਜਾਬ ਦੇ ਸਾਬਕਾ DGP ਸੁਮੇਧ ਸਿੰਘ ਸੈਣੀ ਤੇ ਪ੍ਰਕਾਸ਼ ਸਿੰਘ ਬਾਦਲ ਦੀ ਰਾਤ ਦੇ 2:30 ਵਜੇ ਗੱਲ ਹੋਈ ਸੀ ਤਾਂ ਗੋਲੀ ਦੇ ਆਰਡਰ ਸੰਬੰਧੀ ਕੋਈ ਸ਼ੱਕ ਨਹੀਂ ਰਹਿ ਜਾਂਦਾ। ਉਹਨਾਂ ਕਿਹਾ ਕਿ ਮੇਰੀ ਲੜਾਈ ਅੱਜ ਵੀ ਸਿਸਟਮ ਨਾਲ ਹੈ ਤੇ ਕੱਲ ਵੀ ਸਿਸਟਮ ਨਾਲ ਸੀ, ਜੋ ਸਿਸਟਮ ਸਾਨੂੰ ਫੇਲ ਕਰ ਰਿਹਾ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਕੋਈ ਵੀ ਕਾਰਵਾਈ ਨਾ ਕਰਨਾ ਉਸ ਦੇ ਮਨਸੂਬੇ ਨੂੰ ਦਰਸਾਉਂਦਾ ਹੈ ਤੇ ਲੋਕ ਸਭ ਕੁਝ ਜਾਣਦੇ ਨੇ। ਹੋਰ ਕੀ ਕੁਝ ਕਿਹਾ ਨਵਜੋਤ ਸਿੰਘ ਸਿੱਧੂ ਨੇ, ਤੁਸੀਂ ਵੀ ਸੁਣੋ। ਬਾਈ ਜੀ 2017 ਦੇ ਵਿੱਚ ਦੋ ਵੱਡੇ ਮੁੱਦਿਆਂ ਦੇ ਉੱਤੇ ਇੱਕ ਸਰਕਾਰ ਲਾਹੀ ਗਈ ਸੀ ਤੇ ਦੂਜੀ ਸਰਕਾਰ ਬਣਾਈ ਗਈ ਸੀ। ਉਹ ਦੋ ਵੱਡੇ ਮੁੱਦੇ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਤੇ ਦੂਜਾ ਚਿੱਟਾ ਵੇਚਣ ਵਾਲਿਆਂ ਨੂੰ, ਜਿਨ੍ਹਾਂ ਸਾਡੀ ਜਵਾਨੀ ਤੇ ਕਲੰਕ ਲਾਇਆ, ਉਹਨਾਂ ਨੂੰ ਸਜ਼ਾ ਯਾਫਤਾ ਕਰਨਾ। ਅੱਜ ਵੀ ਜੇ ਤੁਸੀਂ ਇਨਸਾਫ ਦਾ ਮੁੱਲ ਪੁੱਛਣਾ ਹੋਵੇ ਨਾ ਤੇ ਉਹਨਾਂ ਤੋਂ ਪੁੱਛੋ ਜਿਨ੍ਹਾਂ ਨਾਲ ਬੇਇਨਸਾਫੀ ਹੋਈ ਹੈ। ਪੰਜਾਬ ਦੇ ਲੋਕ ਅੱਜ ਵੀ ਗੁਰੂ ਦੇ ਬੇਅਦਬੀ ਦੇ ਇਨਸਾਫ ਨੂੰ ਉਡੀਕਦੇ ਆ ਤੇ ਜੇ ਸੱਚ ਪੁੱਛੋ, ਮੈਂ ਹਮੇਸ਼ਾ ਸੱਚ ਤੇ ਪਹਿਰਾ ਦਿੱਤਾ ਤੇ ਜੇ ਸੱਚ ਪੁੱਛੋ ਉਮੀਦ ਛੱਡੀ ਬੈਠੇ 6 ਸਾਲ। ਅੱਜ ਵੀ ਆਸ ਨਾਲ ਜਿਨ੍ਹਾਂ ਮੁੱਦਿਆਂ ਤੇ ਸਰਕਾਰ ਬਣਾਈ ਸੀ ਪੰਜਾਬ ਦੇ ਲੋਕਾਂ ਨੇ, ਉਹ ਸਵਾਲ ਬਣੇ ਖੜੇ ਆ ਸਾਡੇ ਮੂਹਰੇ। ਉਹ ਸਵਾਲ ਨੇ ਔਰ ਲੋਕ ਠੱਗੇ ਮਹਿਸੂਸ ਕਰਦੇ ਆ ਕਿਉਂਕਿ ਉਹਨਾਂ ਸਵਾਲਾਂ ਦੇ ਕੋਈ ਉੱਤਰ ਨਹੀਂ ਮਿਲੇ। ਪਹਿਲਾਂ ਮੈਂ ਉਹਨਾਂ ਤੇ ਆਉਣਾ ਜਿਨ੍ਹਾਂ ਚਿੱਟੇ ਦਾ ਦਰਿਆ ਵਗਾਇਆ ਪੰਜਾਬ 'ਚ। ਔਰ ਪੀੜ੍ਹੀ ਉਸ ਕਗਾਰ ਤੇ ਖੜੀ ਕਰਤੀ ਵੀ ਲੋਕ ਕਹਿਣਗੇ ਡੁੱਬ ਗਏ, ਉਹ ਡੁੱਬ ਗਏ। ਉਹਨਾਂ ਨੂੰ ਸਜ਼ਾ ਯਾਫਤਾ ਕਰਨ ਲਈ ਸਰਕਾਰ ਬਣੀ। STF ਦੀ ਸਥਾਪਨਾ ਹੋਈ। ਇੱਕ ਇਮਾਨਦਾਰ ਅਫਸਰ ਨੂੰ ਬਾਹਰੋਂ ਬੁਲਾਇਆ ਗਿਆ, ਲੋਕ ਉਹਦੇ ਨਾਲ ਜੋੜੇ ਗਏ, ਅਫਸਰ ਜੋੜੇ ਗਏ, ਕਰੋੜਾਂ ਰੁਪਏ ਖਰਚੇ ਗਏ, ਕੋਖ ਹੋਈ। ਰਿਪੋਰਟ ਬਣਾ ਕੇ ਸਬੂਤ ਦੇ ਨਾਲ ਦੋਸ਼ੀਆਂ ਦੇ ਨਾਮ ਪੇਸ਼ ਕੀਤੇ ਗਏ ਤੇ ਹਾਈ ਕੋਰਟ ਨੂੰ ਉਹ ਰਿਪੋਰਟ ਦੇ ਦਿੱਤੀ ਗਈ। ਜਦੋਂ ਕੁਝ ਅਰਸਾ ਬੀਤਿਆ ਤੇ ਲੋਕਾਂ ਨੇ ਬੂਹਾ ਖੜਕਾਇਆ ਹਾਈ ਕੋਰਟ ਦਾ ਵੀ ਇੰਨੀ ਦੇਰ ਕਿਉਂ? ਅਹਿਮ ਮੁੱਦੇ ਤੇ ਇਸ ਵਿੱਚ ਦੇਰ ਕਿਉਂ, ਇਹ ਸਵਾਲ ਪੁੱਛਿਆ ਗਿਆ ਤੇ ਹਾਈ ਕੋਰਟ ਨੇ ਸਰਕਾਰ ਨੂੰ ਕਿਹਾ ਆ ਲਓ ਰਿਪੋਰਟ, ਆ ਲਓ ਰਿਪੋਰਟ।
ਲਓ ਐਕਸ਼ਨ ਤੇ ਕਰੋ ਕਾਰਵਾਈ। ਰਿਪੋਰਟ ਟੀਵੀ ਤੇ ਲਾਈਵ ਚੱਲੀ, ਨੈਸ਼ਨਲ ਚੈਨਲ। ਮੈਂ ਬੇਖੌਫ ਹੋ ਕੇ ਪ੍ਰੈਸ ਕਾਨਫਰੰਸ ਕੀਤੀ ਔਰ ਸ਼ਰੇਆਮ ਸਬੂਤ ਪੇਸ਼ ਕੀਤੇ, ਪਰ ਸਰਕਾਰ ਕਹਿੰਦੀ ਅਸੀਂ ਪੜ੍ਹੀ ਨਹੀਂ, ਅਸੀਂ ਪੜ੍ਹੀ ਨਹੀਂ। ਮਾਵਾਂ ਦੀਆਂ ਕੁੱਖਾਂ ਉੱਜੜ ਗਈਆਂ, ਲੱਖਾਂ ਦੀਆਂ, ਲੱਖਾਂ ਘਰ ਬਰਬਾਦ ਹੋ ਗਏ। ਕੀ ਇਹ ਮੁੱਦਾ ਇੰਨਾ ਅਹਿਮ ਨਹੀਂ ਕਿ ਤੁਸੀਂ ਉਸ ਰਿਪੋਰਟ ਨੂੰ ਪੜ੍ਹ ਸਕੋ, ਰਿਪੋਰਟ ਉੱਤੇ ਐਕਸ਼ਨ ਲੈ ਸਕੋ? ਕੀ ਇਹ ਗੱਲ ਕੋਈ ਮੰਨ ਲੂ? ਇਹ ਕਿਸੇ ਨੂੰ ਹਜਮ ਹੋ ਜੂ ਕਿ ਜੀ ਪੜ੍ਹੀ ਨਹੀਂ? ਜਦੋਂ ਐਡਵੋਕੇਟ ਜਨਰਲ ਕੋਲ ਚਲੀ ਗਈ, ਉਹਨੇ ਅੱਗੇ ਸਰਕਾਰ ਨੂੰ ਭੇਜਤੀ। ਇਹ ਮੰਨਣਯੋਗ ਹੈ? ਸਰਕਾਰ ਅਜੇ ਤੱਕ ਉਸ ਰਿਪੋਰਟ ਤੇ ਬੈਠੀ ਹੈ। ਮੈਂ ਪੁੱਛਣਾ ਚਾਹਨਾ ਕਿਉਂ? ਵਾਈ? ਕੋਈ ਕਾਰਨ ਦੱਸੋ। ਇਸੇ ਕਰਕੇ ਕਹਿਣਾ ਵੀ ਸਾਰਵਜਨਿਕ ਕਰੋ, ਲੋਕਾਂ ਦੀ ਅਦਾਲਤ 'ਚ ਪੇਸ਼ ਕਰੋ, ਲੋਕਾਂ ਸਾਹਮਣੇ ਤੱਥ ਆਉਣ। ਫਿਰ ਤੁਸੀਂ ਅਫਸਰ ਲਾਤਾ, ਉਹਨੂੰ ਉਹਦਾ ਮੁਕਤ ਕਰਤਾ। ਕੀ ਇਨਾਮ ਦਿੱਤਾ? ਇਨਾਮ ਮਿਲਿਆ ਉਹਨੂੰ ਜਾਂ ਵਰਤ ਕੇ ਸੁੱਟਤਾ? ਚਲੋ ਜੀ, STF ਦੀ ਰਿਪੋਰਟ ਨਹੀਂ ਪੜ੍ਹਨੀ, ਫਿਰ ਤੁਸੀਂ ਭੋਲੇ ਦੀ ਆਵਾਜ਼ ਸੁਣ ਲਓ। ਨਹੀਂ ਸੁਣਨੀ ਜੀ, ਨਹੀਂ ਪੜ੍ਹਨੀ ਜੀ, ਨਹੀਂ ਪੜ੍ਹਨੀ, ਨਹੀਂ ਪੜ੍ਹਨੀ, ਫਿਰ ਤੁਸੀਂ ਭੋਲੇ ਦੀ ਆਵਾਜ਼ ਸੁਣ ਲਓ, ਜਿਹੜਾ ਕਹਿੰਦਾ ਸੀ ਮੈਨੂੰ ਫਲਾਨੇ ਫਲਾਨੇ ਨੇ ਇਹ ਕਰਨ ਲਾਇਆ, ਇਹ 'ਚ ਮੈਂ ਕੁਛ ਨਹੀਂ। ਬਾਜੀ ਵੱਡਾ ਆਕਾ ਤੇ ਉਹ ਸੀ। ਇਹ ਉਹ ਕਹਿੰਦਾ, ਫਿਰ ਤੁਸੀਂ ਉਹਨੂੰ ਅੰਦਰ ਦੇ ਰੱਖਿਆ। ਕਹਿਣ ਦੀ ਲੋੜ ਹੈ ਕੁਛ? ਭਾਈ ਜੇ ਤੁਸੀਂ ਭੋਲੇ ਦੀ ਨਹੀਂ ਸੁਣਨੀ ਤੇ ਬਿੱਟੂ ਔਲਖ ਦੀ ਸਟੇਟਮੈਂਟ ਸੁਣ ਲਓ। ਭਾਈ ਉਹ ਕੀ ਕਹਿੰਦਾ? ਉਹ ਵੀ ਤੇ ਇਹੀ ਕਹਿੰਦਾ ਹੈ। ਉਹ ਕਹਿੰਦਾ ਇਹ ਤਾਂ ਛੋਟੇ ਆ, ਐਵੇਂ ਹੀ ਬਹੁਤ ਥੱਲੜੇ ਲੈਵਲ ਤੇ ਆ। ਜਦਾਂ ਉੱਤੇ ਜਾ ਕੇ ਤੇ ਵੇਖੋ ਵੀ ਕਿਹਦੀ ਹਦਾਇਤ ਤੇ ਕੰਮ ਕਰਦੇ ਆ। ਫਿਰ ਤੁਸੀਂ ਰਿਪੋਰਟ ਪੜ੍ਹ ਕੇ ਵੇਖੋ, ਤੁਹਾਨੂੰ ਸਾਰਾ ਕੁਝ ਪੋਤੜੇ ਜਾਣਗੇ ਖੁੱਲ। ਤੁਸੀਂ ਸੱਚ ਨੂੰ ਕਿਉਂ ਨਹੀਂ ਸੁਣਨਾ ਚਾਹੁੰਦੇ? ਤੁਸੀਂ ਰਿਪੋਰਟ ਨੂੰ ਕਿਉਂ ਨਹੀਂ ਦੇਖਣਾ ਚਾਹੁੰਦੇ? ਤਾਂ ਹੀ ਲੋਕਾਂ ਦਾ ਵਿਸ਼ਵਾਸ ਥੋਤੋਂ ਉੱਠਿਆ। ਹੁਣ ਆਉਣਾ ਮੈਂ ਪੰਜਾਬ ਦੇ ਇਨਸਾਫ ਦੇ ਸਭ ਤੋਂ ਅਹਿਮ ਮੁੱਦੇ ਦੇ ਉੱਤੇ, ਜੋ ਪੰਜਾਬ ਦੀ ਰੂਹ ਦੇ ਉੱਤੇ ਵਾਰ ਸੀ, ਆਤਮਾ ਤੇ ਆਘਾਤ ਸੀ। ਗੁਰੂ ਸਾਹਿਬ ਦੀ ਬੇਅਦਬੀ ਦਾ ਮੁੱਦਾ ਕਦੇ ਨਾ ਭਰਨ ਵਾਲਾ, ਅਜੇ ਵੀ ਰਸਣ ਵਾਲਾ ਨਾਸੂਰ। ਸਰਕਾਰ ਨੇ ਇਨਕੁਆਇਰੀ ਕਮਿਸ਼ਨ ਬਣਾਇਆ ਬਾਈ। ਕਮਿਸ਼ਨ ਦੇ ਮੁਖੀ ਜਸਟਿਸ ਰਣਜੀਤ ਸਿੰਘ
ਨਿਯੁਕਤ ਕੀਤੇ, ਰਿਟਾਇਰ, ਪੜਤਾਲ ਕਰਕੇ ਪ੍ਰਾਈਮਾ ਫਸ਼ਾਈ ਐਵੀਡੈਂਸ ਸਾਰੇ ਪੰਜਾਬੀਆਂ ਨੂੰ ਸਮਝਾ ਦਿਆਂ, ਜਿਹੜਾ ਦਿਖਦਾ ਉਹ ਸਬੂਤ। ਦੋਸ਼ੀਆਂ ਦੇ ਨਾਮ ਸਾਰਵਜਨਿਕ ਕਰਕੇ ਕਿਹਾ ਕਿ ਇਹਨਾਂ ਦੇ ਉੱਤੇ ਕੌਗਨਿਜ਼ੇਬਲ ਅਫੈਂਸ ਬਣਦਾ। ਕੌਗਨਿਜ਼ੇਬਲ, ਮੈਂ ਇੱਕ ਵਕੀਲ ਹਾਂ, ਕੌਗਨਿਜ਼ੇਬਲ ਅਫੈਂਸ ਉਹਦਾ ਮਤਲਬ ਕਿ ਬਹੁਤ ਸੀਰੀਅਸ ਕਿਸਮ ਦਾ ਦੋਸ਼ ਲੱਗਦਾ ਹੈ। ਸਮਝਾਉਂ, ਬਹੁਤ ਸੀਰੀਅਸ ਕਿਸਮ ਦਾ ਦੋਸ਼ ਲੱਗਦਾ ਵੀ ਦੋ ਬੰਦੇ ਮਰ ਗਏ ਤੇ ਕਾਸਿਆਂ ਦੇ ਚਾਰਾਂ ਪੰਜਾਂ ਦੇ ਗੋਲੀ ਵੱਜੀ ਹੈ। ਇਹ ਅਫੈਂਸ ਬਣਦਾ। ਪੰਜਾਬ ਵਿਧਾਨ ਸਭਾ ਦੇ ਵਿੱਚ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਬਾਈ ਜੀ। ਰਿਪੋਰਟ ਟੇਬਲ ਕੀਤੀ ਗਈ, ਸਾਰਵਜਨਿਕ ਹੋ ਗਈ। ਜਿਹੜੀ ਟੇਬਲ ਹੋ ਗਈ ਲੋਕਾਂ ਦੇ ਨੁਮਾਇੰਦਿਆਂ 'ਚ ਆ ਗਈ, 2-2 ਲੱਖ ਦਾ ਇੱਕ ਬੰਦਾ ਨੁਮਾਇੰਦਾ ਹੈ, ਉਹ ਸਾਰਵਜਨਿਕ ਹੋ ਗਈ। ਰਿਪੋਰਟ ਪਬਲਿਕ ਕਰਤੀ। ਜਿਨ੍ਹਾਂ ਤੇ ਦੋਸ਼ ਲੱਗੇ ਸੀ ਉਹ ਤੇ ਮੈਦਾਨ ਛੱਡ ਕੇ ਭੱਜ ਗਏ, ਵਿਧਾਨ ਸਭਾ 'ਚੋਂ ਵੀ ਭੱਜ ਗਏ। ਤੁਹਾਨੂੰ ਪਤਾ ਲੱਗੂ ਵੀ ਇਹ ਗੱਲ ਕਿੱਥੇ ਤੱਕ ਜਾਂਦੀ ਹੈ। ਪਰ ਸਾਰੀ ਦੁਨੀਆ ਨੇ ਦੇਖਿਆ, ਲਾਈਵ ਚੱਲਿਆ ਉਹ, ਸਾਰੀ ਦੁਨੀਆ ਨੇ ਦੇਖਿਆ ਮੇਰੇ ਜਗਤ ਗੁਰੂ, ਦੁਨੀਆ ਦੇ ਗੁਰੂ, ਸ੍ਰਿਸ਼ਟੀ ਦੇ ਮਾਲਕ ਦੇ ਬਾਰੇ 100 MLA ਨੇ ਕੀ ਕਿਹਾ। ਇਕੱਠੇ ਹੋ ਕੇ, ਇਕਮੁੱਠ ਇਕਜੁੱਟ ਹੋ ਕੇ ਕੀ ਕਿਹਾ। ਨਾਮ ਲੈ ਲੈ ਕੇ ਪੁਲਿਸ ਵਾਲਿਆਂ ਦੇ ਸਾਜ਼ਿਸ਼ ਬੇਨਕਾਬ ਕੀਤੀ ਔਰ ਕਿਆ ਕਾਰਵਾਈ ਕਰੋ, ਰੈਜ਼ੋਲੂਸ਼ਨ ਪਿਆ। ਕੋਈ ਸ਼ੱਕ, ਰੈਜ਼ੋਲੂਸ਼ਨ ਪਿਆ। ਫਿਰ ਮੈਂ ਪੁੱਛਦਾ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਏਜੰਸੀ ਕੌਣ ਹੈ ਭਾਈ? ਕੌਣ ਹੈ ਇਨਵੈਸਟੀਗੇਸ਼ਨ ਏਜੰਸੀ? ਇਹ ਸਟੇਟ ਸਬਜੈਕਟ ਹੈ। ਇਨਵੈਸਟੀਗੇਸ਼ਨ ਏਜੰਸੀ ਸਟੇਟ ਹੈ, ਪੰਜਾਬ ਸਰਕਾਰ ਹੈ। ਪੰਜਾਬ ਦੇ ਲੋਕਾਂ ਨੂੰ ਕੋਈ ਸਮਝਾ ਦੇ, ਕੋਈ, ਮੈਂ ਕਹਿੰਦਾ ਕੋਈ ਸਮਝਾ ਦੇ ਕਿ FIR ਦੇ ਵਿੱਚ ਕਿਸੇ ਦਾ ਨਾਮ ਕਿਉਂ ਨਹੀਂ? FIR ਅਣਪਛਾਤਿਆਂ ਤੇ ਕਿਉਂ? ਗੋਲੀ ਕਾਂਡ ਦੇ ਵਿੱਚ ਪੁਲਿਸ ਵਾਲੇ ਕੌਣ ਸੀ? ਬਾਈ ਜੀ ਚੁੱਪ। ਗੋਲੀ ਕਾਂਡ 'ਚ ਪੁਲਿਸ ਵਾਲੇ ਕੌਣ ਸੀ? ਹੁਕਮ ਦੇਣ ਵਾਲੇ ਕੌਣ ਸੀ? ਨਿੱਕੇ ਨਿਆਣਿਆਂ ਨੂੰ ਵੀ ਪਤਾ ਨਹੀਂ ਪਤਾ, ਚੁਣੇ ਨੁਮਾਇੰਦਿਆਂ ਨੂੰ ਪਤਾ ਹੈ। ਪੰਜਾਬ ਦੇ ਲੋਕਾਂ ਨੂੰ ਪਤਾ ਹੈ। ਕਿਉਂ? ਕਿਉਂਕਿ ਕਮਿਸ਼ਨ ਨੇ ਪ੍ਰਾਈਮਾ ਫਸ਼ਾਈ ਐਵੀਡੈਂਸ ਦਿੱਤਾ ਔਰ ਕਹਿਤਾ ਕਿ ਕੌਗਨਿਜ਼ੇਬਲ ਅਫੈਂਸ ਬਣਦਾ ਹੈ ਤੇ ਗੁਨਾਹਗਾਰਾਂ ਦੇ ਨਾਮ ਦਿੱਤੇ ਹੈ। ਔਰ ਕੀ ਹੈ? ਕਰੋ ਕਾਰਵਾਈ। ਜਦੋਂ ਜੁਰਮ ਆਈਡੈਂਟੀਫਾਈ ਹੋ ਗਿਆ, ਜੁਰਮ ਕਰਨ ਵਾਲੇ ਆਈਡੈਂਟੀਫਾਈ ਹੋ ਗਏ, ਫਿਰ ਤੁਸੀਂ ਜੁਰਮ ਤੇ ਹੀ ਕਿਉਂ ਖੜੇ ਹੋ? ਜੁਰਮ ਕਰਨ ਵਾਲਿਆਂ ਦੇ ਨਾਂ ਕਿਉਂ ਨਹੀਂ ਦਿੰਦੇ ਭਾਈ? ਤੁਸੀਂ ਚਾਰਜ ਸ਼ੀਟ ਕਿਉਂ ਨਹੀਂ ਦਿੱਤੀ? ਮੈਂ ਕਿਹਾ ਅੱਜ ਘਰ ਕੋਈ ਚੀਜ਼ ਕਰੋ, ਦੇਖੋ ਟੱਕ ਦੇਣੇ। ਕਾਬਲ ਪੁਲਿਸ ਹੈ,
ਮੈਂ ਉੱਥੇ ਵਿਧਾਨ ਸਭਾ ਦੇ ਵਿੱਚ ਵੀ ਇਹ ਜਿਹੜੀ ਚੇਨ ਆਫ ਕਮਾਂਡ ਹੈ, ਹਾਇਰਕੀ, ਸਭ ਤੋਂ ਉੱਤੇ ਕੌਣ ਹੁੰਦਾ ਹੈ, ਤੇ ਫਿਰ ਇੱਕ ਚੇਨ ਆਫ ਕਮਾਂਡ ਹੁੰਦੀ ਹੈ। ਮੈਂ ਜਿੱਥੇ ਸਿਰਾ ਲੱਗਦਾ ਹੈ, ਜਿੱਥੇ ਗੱਲ ਮੁੱਕਦੀ ਹੈ, ਸੁਣ ਲਿਓ, ਔਰ ਉੱਪਰ ਇੰਸਪੈਕਟਰ ਔਰ ਉੱਪਰ, IG ਕਹਿੰਦਾ ਔਰ ਉੱਪਰ, ਤੇ ਔਰ ਉੱਪਰ ਫਿਰ ਮੈਂ ਉਸ ਕਮਾਂਡ ਸੈਂਟਰ ਦਾ ਆਖਰੀ ਕੜੀ ਜੋੜੀ ਸੀ। DGP ਤੇ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਗੱਲਬਾਤ ਰਾਤ ਨੂੰ 2:30 ਵਜੇ, 2 ਫੋਨ। ਕੋਈ ਸ਼ੱਕ ਰਹਿ ਗਿਆ? ਕੋਈ ਸ਼ੱਕ ਰਹਿ ਗਿਆ? ਫਿਰ ਤੁਹਾਡੀ FIR ਦੇ ਵਿੱਚ ਕਿਸੇ ਪੋਲੀਟੀਕਲ ਬੰਦੇ ਦੇ ਉੱਤੇ ਚਾਰਜ ਸ਼ੀਟ ਕਿਉਂ ਨਹੀਂ ਪਾਈ? ਮੈਂ ਬੜਾ ਸਬਰ ਨਾਲ ਦੇਖਿਆ, ਜਦ ਤੱਕ ਐਂਡ ਤੱਕ ਪਹੁੰਚੀ ਨਹੀਂ ਗੱਲ, ਤਦ ਤੱਕ ਮੈਂ ਬੋਲਿਆ ਨਹੀਂ। ਤੇ ਮੈਂ ਮਕਸਦ ਨਾਲ ਗਿਆ ਸੀ ਉੱਥੇ ਗੁਰਦੁਆਰਾ ਗੁਰਜਵਾਰ ਸਿੰਘ ਸਾਹਿਬ। ਉਹ ਕੜੀ ਦਾ ਪਹਿਲਾ ਹਿੱਸਾ ਸੀ, ਅੱਜ ਦੂਜਾ, ਜੋੜਦਾ ਚਲਿਆ ਜਾਊ। ਔਰ ਮੈਂ ਕਹਿ ਕੇ ਪਹਿਲੀ ਲਾਈਨ ਬੋਲੀ ਸੀ, ਮੈਂ ਸਾਰੀ ਸਾਜ਼ਿਸ਼ ਬੇਨਕਾਬ ਕਰ ਦੂੰ। ਭਾਈ ਜੀ, ਸਾਰਿਆਂ ਤੋਂ ਵੱਡਾ ਸਵਾਲ ਪੰਜਾਬ ਦੇ ਸਾਹਮਣੇ ਕੀ ਹੈ ਕਿ ਉਹ ਡਿਸੀਜਨ ਮੇਕਰ ਦਾ ਨਾਮ ਕਿੱਥੇ ਹੈ? ਉਹਦਾ ਨਾਮ ਕਿਉਂ ਨਹੀਂ? ਕਿਉਂਕਿ ਜਦੋਂ ਤੁਸੀਂ ਅਣਪਛਾਤਿਆਂ ਦੇ ਉੱਤੇ FIR ਦਿੰਦੇ ਹੋ, ਕਿਸੇ ਵੀ ਕਾਨੂੰਨਕਾਰ ਨੂੰ ਪੁੱਛ ਲਓ, ਮੇਰੇ ਫਾਦਰ ਤੇ ਐਡਵੋਕੇਟ ਜਨਰਲ ਰਹੇ, ਸਰਦਾਰ ਦਰਬਾਰਾ ਸਿੰਘ ਦੀ ਮਿਨਿਸਟਰੀ 'ਚ ਐਡਵੋਕੇਟ ਜਨਰਲ ਸੀ ਉਹ। ਕਿਸੇ ਕਾਨੂੰਨਕਾਰ ਨੂੰ ਪੁੱਛ ਲਓ ਕਿ ਜਦੋਂ ਤੁਸੀਂ ਮੁਜਰਮ ਨੂੰ ਪ੍ਰੋਟੈਕਸ਼ਨ ਦੇਣੀ ਹੁੰਦੀ ਹੈ, ਜਦੋਂ ਉਹਦੇ ਤੇ ਸੁਰੱਖਿਆ ਕਵਚ ਪਾਉਣਾ ਹੁੰਦਾ, ਤੇ ਤੁਸੀਂ ਉਹਦਾ ਨਾਮ ਨਹੀਂ ਦਿੰਦੇ FIR 'ਚ, ਅਣਪਛਾਤਿਆਂ ਦੇ ਪਾ ਦਿੰਦੇ। ਉਹਦੇ ਕਾਰਨ ਇਹ ਨੇ, ਸਾਰਾ ਪੰਜਾਬ ਸੁਣੇ, ਮਾਮਲਾ ਮੇਰੇ ਗੁਰੂ ਦਾ ਹੈ ਔਰ ਮੇਰੇ ਵਰਗੇ ਖਰਬਾਂ ਦਾ। ਕੋਈ ਨਫੇ ਨੁਕਸਾਨ ਨਹੀਂ ਇੱਥੇ। ਜਦੋਂ ਤੁਸੀਂ ਅਣਪਛਾਤਿਆਂ ਤੇ ਦਿੰਦੇ ਹੋ, ਅਰੈਸਟ ਨਹੀਂ ਪੈਂਦੀ। ਤਾਂ ਜਦੋਂ ਤੁਸੀਂ ਕੋਖ ਕਰਕੇ ਪ੍ਰਾਈਮਾ ਫੇਸ਼ੀ ਐਵੀਡੈਂਸ ਲੈ ਕੇ ਤੁਸੀਂ FIR 'ਚ ਨਾਮ ਪਾਉਂਦੇ ਹੋ, ਤੇ ਫਿਰ ਜਦੋਂ ਕੌਗਨੀਜ਼ੇਬਲ ਅਫੈਂਸ ਬਣਦਾ, ਜਿਹ 'ਚ 7 ਸਾਲ ਤੋਂ ਉੱਤੇ ਦੀ ਕੈਦ ਹੈ, ਅਰੈਸਟ ਪੈਂਦੀ ਹੈ, ਠਾਂ ਕਰਦੀ, ਕਾਰਵਾਈ ਅੰਜਾਮ ਤੱਕ ਪਹੁੰਚਦੀ ਹੈ। ਇੱਥੇ ਸਾਰੀ ਤੁਹਾਡੀ ਦੇਖੋ, ਕਾਨੂੰਨ ਚੱਲਦਾ ਹੈ ਇੰਟੈਂਸ਼ਨ ਤੇ, ਕਾਨੂੰਨ ਚੱਲਦਾ ਮੋਟਿਵ ਤੇ। ਇਹ ਕੀ ਇੰਟੈਂਟ ਸੀ ਭਾਈ? ਮੈਂ ਵਕੀਲਾਂ ਤੇ ਵੀ ਆਉਂ, ਇਹ ਕੀ ਇੰਟੈਂਟ ਸੀ ਕਿ ਤੁਸੀਂ ਕੇਸ ਦੀ ਬੁਨਿਆਦ ਧਰੀ ਹੋਈ ਨਹੀਂ? ਜਾਓ ਕਿਸੇ ਵਕੀਲ ਨੂੰ ਪੁੱਛ ਲਓ ਵੀ ਕਿਸੇ ਕੇਸ ਦੀ ਬੁਨਿਆਦ ਕੀ ਹੁੰਦੀ ਹੈ। ਉਹ ਕਹੇਗਾ ਕਿ ਬੁਨਿਆਦ ਫਸਟ ਇਨਫੋਰਮੇਸ਼ਨ ਰਿਪੋਰਟ ਹੈ, FIR। ਤੁਸੀਂ ਬੁਨਿਆਦ ਹੀ ਨਹੀਂ ਰੱਖੀ, ਤੁਸੀਂ ਹਵਾ 'ਚ ਹੀ ਰੱਖਿਆ ਸਭ ਕੁਝ। ਵੀ ਕਿਸੇ ਦੇ ਘਨੇੜੇ ਚਲਾਤੀ, ਕਦੇ ਬੰਦੂਕ, ਕਦੇ ਕਿਸੇ ਦੇ ਲਮਕਾ ਦਿਓ। ਭਾਜੀ, ਮੇਰੀ ਲੜਾਈ ਅੱਜ ਵੀ ਸਿਸਟਮ ਨਾਲ ਹੈ ਜਿਹੜਾ ਸਾਨੂੰ ਫੇਲ ਕਰ ਰਿਹਾ। ਜੇ ਨਿੱਜੀ ਹੁੰਦੀ ਤੇ ਗੱਲ ਹੀ ਕਾਹਦੀ ਸੀ? ਇਹ ਸਿਸਟਮ ਹੈ, ਉਹ ਇਹ ਫੇਲੀਅਰ ਦਾ ਪ੍ਰਤੀਕ ਹੈ। ਇਹ ਸਾਫ਼ ਦਰਸਾਉਂਦਾ ਕਿ ਤੁਹਾਡੀ ਇੰਟੈਂਟ ਕੀ ਹੈ। ਇੰਟੈਂਟ, ਮਨਸੂਬਾ, ਮਨਸ਼ਾ, ਸਾਰਾ ਸਮਝਾਉਂ। ਫਿਰ ਭਾਈ ਜੀ, ਜਦੋਂ ਬੁਨਿਆਦ ਹੀ ਹੈ ਨਹੀਂ, ਨਾਮ ਹੀ ਹੈ ਨਹੀਂ, ਫਿਰ ਲੈ ਆਓ ਕਿੱਡੇ ਤੋਂ ਕਿੱਡਾ ਵੱਡਾ ਵਕੀਲ, ਉਹ ਕੀ ਕਰ ਲੂ? ਉਹ ਕੀ ਕਰ ਲੂ?
ਬਗੈਰ ਬੁਨਿਆਦ ਕਿਵੇਂ ਖੜੀ ਕਰੋਗੇ? ਇਮਾਰਤ ਢਹਿ ਜੂ। ਪਰ ਫਿਰ ਵੀ ਪੰਜਾਬ ਸਰਕਾਰ, ਚਲੋ ਸਰਕਾਰ, ਭਾਈ ਜੀ ਸਰਕਾਰ ਜਿਹਦੇ ਵਕਾਰ ਤੇ ਸਵਾਲ, ਸਰਕਾਰ ਦਾ ਵਕਾਰ, ਉਹਦੀ ਇੰਟੈਂਟ ਨਾਲ, ਲੁੱਕਾ ਛਿਪੀ ਨਾਲ ਨਹੀਂ। ਲੁੱਕਾ ਛਿਪੀ ਖੇਲੇ ਜਾਓ ਨਾ, ਹੁਣ ਨਹੀਂ ਉਹ ਚੱਲੂ। ਹੁਣ ਤੇ ਇੰਟੈਂਟ ਤੁਹਾਡੇ ਮੁਕੱਦਮਿਆਂ ਦੇ ਵਿੱਚ ਮੁਕੁਲ ਰੋਹਤਗੀ, ਚਿਦੰਬਰਮ ਸਾਹਿਬ ਨਾਮੀ ਗ੍ਰਾਮੀ ਹੈ ਜੀ, ਦੁਸ਼ਯੰਤ ਦਵੇ ਸਾਹਿਬ ਦਾਵਾ ਪੇਸ਼ ਕਰਦੇ ਰਹੇ। ਦਾਵੇ